ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ, ਜਿਸ ਦੇ ਵਿੱਚ ਅਸੀਂ ਪੰਜਾਬ ਅਤੇ ਦੇਸ਼ ਦੇ ਖਾਸ ਮੁੱਦਿਆਂ ਦੇ ਉੱਪਰ ਹਮੇਸ਼ਾ ਚਰਚਾ ਕਰਦੇ ਹਾਂ ਤੇ ਚਰਚਾ ਲਈ ਅਸੀਂ ਸਵਾਗਤ ਕਰਦੇ ਹਾਂ ਜੀ। ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਜੀ। ਬਿਲਕੁਲ, ਤੇ ਆਪਣੇ ਦਰਸ਼ਕਾਂ ਦਾ ਤਾਂ ਅਸੀਂ ਸਵਾਗਤ ਤਹਿ ਦਿਲੋਂ ਹਮੇਸ਼ਾ ਕਰਦੇ ਹੀ ਹਾਂ, ਜੋ ਹਮੇਸ਼ਾ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣਾ ਪਿਆਰ ਦਿੰਦੇ ਨੇ। ਤੇ ਅੱਜ ਖਬਰਾਂ ਦੀ ਚਰਚਾ ਸ਼ੁਰੂ ਕਰਨ ਜਾ ਰਹੇ ਹਾਂ। ਬਹੁਤ ਹੀ ਖਾਸ ਖਬਰਾਂ ਨੇ। ਵੈਸੇ ਤਾਂ ਅਸੀਂ ਗੱਲ ਕਰੀਏ ਕਿ ਭਗਵੰਤ ਮਾਨ ਦੇ ਸਰਕਾਰ ਦੇ 2 ਮਹੀਨੇ ਪੂਰੇ ਹੁੰਦਿਆਂ ਹੀ ਉਹਨਾਂ ਨੂੰ ਕਿਸਾਨਾਂ ਦਾ ਵਿਰੋਧ ਵੀ ਝੱਲਣਾ ਪੈ ਰਿਹਾ ਹੈ ਝੋਨੇ ਦੇ ਸੀਜ਼ਨ ਦੇ ਚੱਲਦਿਆਂ। ਤੇ ਨਾਲ ਦੀ ਨਾਲ ਉਹਨਾਂ ਨੇ ਜੋ ਹੈ ਜਨਤਾ ਮਿਲਣੀ ਕੀਤੀ, ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ, ਉਸ ਉੱਪਰ ਚਰਚਾ ਕਰਾਂਗੇ। ਦੂਸਰੇ ਪਾਸੇ ਪੰਜਾਬ ਦੀ ਸਿਆਸਤ ਨੂੰ ਦੇਖਦੇ ਹਾਂ ਕਿ ਜਿਵੇਂ ਅਸੀਂ ਕਾਂਗਰਸ ਦੀ ਅਗਰ ਗੱਲ ਕਰੀਏ, ਸੁਨੀਲ ਜਾਖੜ ਜਦੋਂ ਅਲਵਿਦਾ ਕਹਿ ਕੇ ਗਏ ਨੇ ਕਾਂਗਰਸ ਨੂੰ, ਤਾਂ ਜਾਂਦੇ ਜਾਂਦੇ ਨਵਜੋਤ ਸਿੱਧੂ ਦੀ ਤਾਰੀਫ ਕਰਦੇ ਨੇ। ਸਿੱਧੂ ਜੋ ਹੈ ਜਾਖੜ ਦੇ ਨਾਲ ਖੜੇ ਦਿਖਦੇ ਨੇ। ਸੋ ਇਸ ਸਿਆਸੀ ਪ੍ਰੇਮ ਦੇ ਕੀ ਮਾਇਨੇ ਨਿਕਲਦੇ ਨੇ, ਉਸ ਉੱਪਰ ਚਰਚਾ ਕਰਨੀ ਹੈ। ਪਰ ਬਹੁਤ ਇੱਕ ਜ਼ਰੂਰੀ ਜੋ ਅੱਜ ਅਸੀਂ ਕਹਿ ਸਕਦੇ ਹਾਂ ਖਬਰ ਹੈ ਕਿ ਨਾਲ ਦੀ ਨਾਲ ਜੋ ਐਸਜੀਪੀਸੀ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਸੋ ਇਸ ਸਾਰੀ ਖਬਰਾਂ ਤੇ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਡੱਲਾ ਜੀ ਗੱਲ ਕਰਨਾ ਚਾਹਾਂਗੇ ਕਿ ਪੰਜਾਬ ਸਰਕਾਰ, ਭਗਵੰਤ ਮਾਨ ਦੀ ਸਰਕਾਰ 2 ਮਹੀਨੇ ਪੂਰੇ ਹੋ ਗਏ, ਪਰ ਨਾਲ ਦੀ ਨਾਲ ਜੋ ਹੈ ਕਿਸਾਨਾਂ ਦਾ ਵਿਰੋਧ ਝੋਨੇ ਦੇ ਸੀਜ਼ਨ ਨੂੰ ਲੈ ਕੇ ਸੰਘਰਸ਼ ਤੇਜ਼ ਕਰ ਰਹੇ ਨੇ, ਮੋਰਚਾ ਖੋਲ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ। ਕਿਵੇਂ ਦੇਖਦੇ ਹੋ? ਦੇਖੋ, ਇਹ ਆਪਣੇ ਆਪ ਦੇ ਵਿੱਚ ਵੱਡੀ ਚੁਣੌਤੀ ਮੈਨੂੰ ਲੱਗਦਾ ਭਗਵੰਤ ਮਾਨ ਹੋਣਾ ਦੇ ਸਾਹਮਣੇ ਆ ਗਈ ਹੈ, ਕਿਉਂਕਿ 17 ਤਰੀਕ ਦਾ ਐਲਾਨ ਕਰ ਰੱਖਿਆ ਸੀ ਕਿਸਾਨਾਂ ਨੇ। ਉਹਨਾਂ ਦਾ ਕਹਿਣਾ ਸੀ ਕਿ ਅਸੀਂ 17 ਮਈ ਨੂੰ ਮੋਰਚਾ ਲਾਵਾਂਗੇ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ। ਮੰਗਾਂ ਕੀ ਨੇ? ਪਹਿਲਾਂ ਮੈਂ ਮੋਟੀਆਂ ਮੋਟੀਆਂ ਦੱਸਦਾ। ਇੱਕ ਤਾਂ ਕਿਸਾਨ ਕਹਿ ਰਹੇ ਨੇ ਕਿ 10 ਜੂਨ ਤੋਂ ਅਸੀਂ ਝੋਨਾ ਬੀਜਾਂਗੇ। ਉਹ ਕਹਿ ਰਹੇ ਨੇ ਸਰਕਾਰ ਮਨਜ਼ੂਰੀ ਦੇਵੇ 10 ਜੂਨ ਤੋਂ ਝੋਨਾ ਬੀਜਣ ਦੀ। ਔਰ ਦੂਸਰਾ, ਸਰਕਾਰ ਸਾਨੂੰ ਬਿਜਲੀ ਸੁਨਿਸ਼ਚਿਤ ਕਰੇ ਝੋਨਾ ਬੀਜਣ ਦੇ ਲਈ, ਮੁਕੰਮਲ ਕੱਟ ਨਾ ਲੱਗਣ ਬਿਜਲੀ ਦੇ। ਇਹਦੇ ਨਾਲ ਨਾਲ ਡੀਜ਼ਲ ਦਾ ਰੇਟ ਘੱਟ ਕਰਨ ਦੀ ਮੰਗ ਵੀ ਕਿਸਾਨਾਂ ਦੀ ਹੈ। ਔਰ ਕਿਸਾਨਾਂ ਦੇ ਬਿਜਲੀ ਬੋਰਡ ਨਾਲ ਸੰਬੰਧਿਤ ਕਈ ਮਾਮਲੇ ਬਕਾਇਆ ਨੇ। ਕਿਸਾਨ ਚਾਹੁੰਦੇ ਨੇ ਕਿ ਉਹ ਮਸਲੇ ਵੀ ਹੱਲ ਹੋਣ। ਔਰ ਸਰਕਾਰ ਸਾਰੀਆਂ ਮੰਗਾਂ ਨੇ ਜਿਹੜੀਆਂ ਕਿਸਾਨਾਂ ਦੀਆਂ, ਮੁਆਵਜ਼ੇ ਵਾਲੀਆਂ ਮੰਗੇ, ਕਿਉਂਕਿ ਨਾ ਤਾਂ ਬੋਨਸ ਮਿਲਿਆ ਹਜੇ ਤੱਕ, ਨਾ ਮੁਆਵਜ਼ਾ। ਝਾੜ ਕਣਕ ਦਾ ਘਟਿਆ ਹੈ। ਇਸ ਤੋਂ ਇਲਾਵਾ ਵੀ ਕਿਸਾਨਾਂ ਦੀਆਂ ਹੋਰ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਕਿਸਾਨ ਨੇ ਉਹ ਲਗਾਤਾਰ ਵਿਚਾਰਦੇ ਆ ਰਹੇ ਨੇ। ਪਰ ਕਿਸਾਨਾਂ ਦਾ ਜਿਹੜਾ ਰੋਸ ਹੈ ਉਹ ਇਸ ਗੱਲ ਦਾ ਹੈ ਹਰਜੋਤ ਜੀ ਕਿ ਭਗਵੰਤ ਮਾਨ ਦੇ ਨਾਲ ਸਰਕਾਰ ਬਣਨ ਤੋਂ ਬਾਅਦ ਜਦੋਂ ਕਿਸਾਨਾਂ ਨੇ ਮੀਟਿੰਗ ਕੀਤੀ ਤੇ ਕਿਸਾਨਾਂ ਨੇ ਬਹੁਤ ਹਾਂ ਪੱਖੀ ਹੁੰਗਾਰਾ ਦਿੱਤਾ ਸੀ। ਕਿਸਾਨ ਬੜੇ ਖੁਸ਼ ਸੀ ਕਿ ਭਗਵੰਤ ਮਾਨ ਨੇ ਉਹਨਾਂ ਦੀਆਂ ਗੱਲਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਸੁਣਿਆ। ਔਰ ਭਗਵੰਤ ਮਾਨ ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਵੀ ਦਿੱਤਾ ਸੀ ਕਿ ਅਸੀਂ ਬਹੁਤ ਜਲਦ ਤੁਹਾਡੀ ਜਿਹੜੀ ਹੈ ਨਵੇਂ ਸਿਰੇ ਤੋਂ ਮੀਟਿੰਗ ਕਰਾਂਗੇ ਔਰ ਅਸੀਂ ਜਿਹੜੀਆਂ ਤੁਹਾਡੀਆਂ ਸਾਰੀਆਂ ਅਹਿਮ ਤੇ ਜ਼ਰੂਰੀ ਮੰਗਾਂ ਨੇ ਅਸੀਂ ਉਹਨਾਂ ਨੂੰ ਮੰਨ ਲਵਾਂਗੇ। ਪਰ ਕਿਸਾਨ ਇਹ ਕਹਿ ਰਹੇ ਨੇ ਕਿ ਪਹਿਲੀ ਮੀਟਿੰਗ ਤੋਂ ਬਾਅਦ, ਭਗਵੰਤ ਮਾਨ ਸਾਹਿਬ ਦੇ ਭਰੋਸੇ ਤੋਂ ਬਾਅਦ ਵੀ ਦੂਸਰੀ ਮੀਟਿੰਗ ਮੁੱਖ ਮੰਤਰੀ ਔਰ ਕਿਸਾਨ ਜਥੇਬੰਦੀਆਂ ਦੇ ਵਿੱਚ ਨਹੀਂ ਹੋਈ। ਹਾਲਾਂਕਿ ਮੇਰਾ ਇਹ ਕਹਿਣਾ ਹੈ ਹਰਜੋਤ ਜੀ ਕਿ ਬਿਜਲੀ ਬੋਰਡ ਦੇ ਮੁਲਾਜ਼ਮਾਂ ਨਾਲ, ਚੇਅਰਮੈਨ ਦੇ ਨਾਲ, ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਕਿਸਾਨਾਂ ਦੀਆਂ ਮੀਟਿੰਗਾਂ ਤਾਂ ਹੋਈਆਂ ਨੇ, ਪਰ ਉਹ ਮੀਟਿੰਗਾਂ ਬੇਸਿੱਟਾ ਰਹੀਆਂ ਨੇ। ਔਰ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਹੈ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚੀ। ਇਸ ਕਰਕੇ ਕਿਸਾਨਾਂ ਨੇ ਅੱਜ 17 ਮਈ ਤੋਂ ਵਿਰੋਧ ਦਾ ਐਲਾਨ ਕੀਤਾ ਸੀ। ਔਰ ਉਹਨਾਂ ਦਾ ਇਹ ਕਹਿਣਾ ਹੈ ਹਰਜੋਤ ਕਿ ਅਸੀਂ ਪਿੰਡ ਪਿੰਡ ਆਪਣੇ ਸੰਗਠਨ ਦੇ ਜਿਹੜੇ ਸਾਥੀ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਨੇ। ਸੋ ਅਸੀਂ ਭਰਵੇਂ ਇਕਾਈ ਦੇ ਰੂਪ ਦੇ ਵਿੱਚ ਚੰਡੀਗੜ੍ਹ ਜਾਵਾਂਗੇ। ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਵੀ ਕੀ ਉਹ ਜਦੋਂ ਮੁਹਾਲੀ ਤੋਂ ਚੱਲਣਗੇ ਕੀ ਚੰਡੀਗੜ੍ਹ ਬਿਨਾਂ ਰੋਕ ਟੋਕੋ ਜਾਣਗੇ? ਚੰਡੀਗੜ੍ਹ ਪੁਲਿਸ ਵੱਲੋਂ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਤਾਂ ਨਹੀਂ ਹੋਏਗੀ, ਕੋਈ ਬੈਰੀਕੇਡਿੰਗ ਤਾਂ ਨਹੀਂ ਕਰ ਦਿੱਤੀ ਜਾਏਗੀ। ਸੋ ਅੱਜ ਦਾ ਦਿਨ ਹੈ ਜਿਹੜਾ ਇਹ ਬਹੁਤ ਅਹਿਮੀਅਤ ਭਰਿਆ ਹੈ ਕਿਸਾਨਾਂ ਔਰ ਭਗਵੰਤ ਮਾਨ ਉਹਨਾਂ ਦੇ ਵਿਚਾਲੇ। ਔਰ ਮੈਂ ਤਾਂ ਇਹ ਕਾਮਨਾ ਕਰਦਾ ਕਿ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਾ ਹੋਵੇ। ਕਿਸਾਨ ਔਰ ਭਗਵੰਤ ਮਾਨ ਉਹਨਾਂ ਦੀ ਸਰਕਾਰ ਔਰ ਕਿਸਾਨਾਂ ਦੇ ਵਿੱਚ ਅਗਰ ਮਿਲ ਬੈਠ ਕੇ ਮਸਲੇ ਦੇ ਹੱਲ ਹੋ ਜਾਣ, ਮਸਲੇ ਹੱਲ ਹੋ ਜਾਣ, ਉਹਦੇ ਵਰਗੀ ਰੀਸ ਨਹੀਂ। ਕੋਸ਼ਿਸ਼ਾਂ ਕੀਤੀਆਂ ਨੇ ਭਗਵੰਤ ਮਾਨ ਉਹਨਾਂ ਨੇ ਵੀ। ਭਗਵੰਤ ਮਾਨ ਹੁਣੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ। ਮੈਂ ਦੇਖ ਰਿਹਾ ਸੀ ਕੱਲ ਉਹਨਾਂ ਦੇ ਪਿੰਡ ਫੌਜ ਤੋਂ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਗਈ ਹੈ। ਔਰ ਜਿਹੜੇ ਐਮਐਲਏ ਨੇ ਬੀਬੀ ਭੈਰਾਜ, ਉਹ ਆਪ ਉੱਥੇ ਉਹਨਾਂ ਦੇ ਪਿੰਡ ਉੱਥੇ ਗਏ ਸੀ। ਸੋ ਸਿੱਧੀ ਬਿਜਾਈ ਦੀ ਸ਼ੁਰੂਆਤ ਭਗਵੰਤ ਮਾਨ ਲਗਾਤਾਰ ਕਹਿ ਰਹੇ ਨੇ ਵੀ ਅਸੀਂ 20 ਮਈ ਤੋਂ ਸਿੱਧੀ ਬਿਜਾਈ ਕਰੀਏ।
1500 ਰੁਪਏ ਮੁਆਵਜ਼ਾ ਵੀ ਉਹਨਾਂ ਨੇ ਆਫਰ ਕੀਤਾ ਹੈ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ। ਪਰ ਮੰਗ ਕਿਸਾਨਾਂ ਦੀ ਉੱਥੇ ਇਹ ਹੈ, ਵੱਖ-ਵੱਖ ਕਿਸਾਨ ਆਗੂਆਂ ਦੀ, ਕਿ ਸਾਨੂੰ 5000 ਜਾਂ 10000 ਰੁਪਏ ਮੁਆਵਜ਼ਾ ਦਿੱਤਾ ਜਾਵੇ, ਫਿਰ ਸਾਨੂੰ ਡੀਜ਼ਲ ਸਸਤਾ ਕਰਕੇ ਦਿੱਤਾ ਜਾਵੇ। ਸੋ ਕਈ ਤਰ੍ਹਾਂ ਦੀਆਂ ਜਿਹੜੀਆਂ ਚੁਣੌਤੀਆਂ ਨੇ ਭਗਵੰਤ ਮਾਨ ਉਹਨਾਂ ਦੇ ਸਾਹਮਣੇ ਨੇ। ਵੈਸੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ, ਕੋਸ਼ਿਸ਼ਾਂ ਭਗਵੰਤ ਮਾਨ ਦੀ ਸਰਕਾਰ ਬਹੁਤ ਕਰ ਰਹੀ ਹੈ, ਭਗਵੰਤ ਮਾਨ ਵੀ ਕਰ ਰਹੇ ਨੇ, ਪਰ ਇੱਕ ਗੱਲ ਦਾ ਮੈਨੂੰ ਹੈਰਾਨੀ ਹੁੰਦੀ ਹੈ ਕਿ ਚਰਨਜੀਤ ਚੰਨੀ ਦੀ ਸਰਕਾਰ ਸੀ ਜਦੋਂ, ਤੇ 10 ਰੁਪਏ ਪੈਟਰੋਲ ਔਰ 10 ਰੁਪਏ ਡੀਜ਼ਲ ਦਾ ਰੇਟ ਘਟਾਇਆ ਗਿਆ ਸੀ, ਕਿਉਂਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਰਹੀਆਂ ਸੀ। ਪਰ ਚੋਣਾਂ ਤੋਂ ਬਾਅਦ ਜਦੋਂ ਦੁਬਾਰਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ, ਕਿਸਾਨਾਂ ਨੇ ਉਦੋਂ ਮੰਗ ਕੀਤੀ ਕਿ ਭਗਵੰਤ ਮਾਨ ਦੀ ਸਰਕਾਰ ਵੀ ਨਵੇਂ ਸਿਰੇ ਤੋਂ ਜਿਹੜੀਆਂ ਵਧੀਆਂ ਹੋਈਆਂ ਕੀਮਤਾਂ ਨੇ, ਅਗਰ 10 ਰੁਪਏ ਨਹੀਂ ਘਟਾਉਣਾ, ਤੁਸੀਂ 5 ਰੁਪਏ ਪੈਟਰੋਲ 5 ਰੁਪਏ ਡੀਜ਼ਲ ਘਟਾਓ। ਲੇਕਿਨ ਭਗਵੰਤ ਮਾਨ ਦੀ ਸਰਕਾਰ ਨੇ ਇਹ ਫੈਸਲਾ ਨਹੀਂ ਲਿਆ, ਨਾ ਪੈਟਰੋਲ 5 ਰੁਪਏ ਘਟਾਇਆ ਗਿਆ, ਨਾ ਡੀਜ਼ਲ 5 ਰੁਪਏ ਘਟਾਇਆ ਗਿਆ, ਜਿਹਦੇ ਕਰਕੇ ਜਿਹੜਾ ਤਣਾਅ ਸੀ ਕਿਸਾਨ ਜਥੇਬੰਦੀਆਂ ਦਾ ਔਰ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਨੇ ਜਾਂ ਉਹਨਾਂ ਦੀਆਂ ਨੀਤੀਆਂ ਨੇ, ਇਹਨਾਂ ਦੇ ਵਿੱਚ ਜਿਹੜਾ ਮਨ ਮਿਟਾਅ ਤੇ ਟਕਰਾਅ ਹੈ ਉਹ ਵੱਧ ਗਿਆ। ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਅੱਜ ਗੱਲ ਇੱਥੇ ਪਹੁੰਚ ਗਈ ਹੈ ਕਿ ਕਿਸਾਨ ਅੱਜ ਅੰਦੋਲਨ ਦੇ ਰਸਤੇ ਤੇ ਜਾ ਰਹੇ ਨੇ। ਇਸ ਅੰਦੋਲਨ ਦਾ ਰੁਖ ਕੀ ਹੋਊਗਾ, ਰੂਪਰੇਖਾ ਕੀ ਹੋਊਗੀ, ਭਗਵੰਤ ਸਰਕਾਰ ਦੇ ਨਾਲ ਕਿਸਾਨਾਂ ਦੇ ਰਿਸ਼ਤੇ ਆਉਣ ਵਾਲੇ ਸਮੇਂ 'ਚ ਕਿਵੇਂ ਹੋਣਗੇ? ਜੇ ਤਾਂ ਅੱਜ ਗੱਲ ਨਿਬੜ ਜਾਂਦੀ ਹੈ, ਜੇ ਤਾਂ ਭਗਵੰਤ ਮਾਨ ਅੱਗੇ ਹੋ ਕੇ ਕਿਸਾਨਾਂ ਦਾ ਭਰੋਸਾ ਜਿੱਤਦੇ ਨੇ, ਉਹਨਾਂ ਨੂੰ ਕੋਈ ਵੱਡਾ ਮੀਟਿੰਗ ਦਾ ਸੱਦਾ ਦਿੰਦੇ ਨੇ ਵੀ ਅਸੀਂ ਗੱਲਬਾਤ ਨਾਲ ਮਸਲੇ ਨਿਬੇੜਦੇ ਹਾਂ, ਫਿਰ ਤਾਂ ਗੱਲ ਠੀਕ ਹੈ। ਨਹੀਂ ਤਾਂ ਜਿਹੜਾ ਇਹ ਅੰਦੋਲਨ ਹੈ ਔਰ ਸਰਕਾਰ ਦੇ ਵਿੱਚ ਮਨ ਮੁਟਾਅ ਅਗਲੇ ਦਿਨਾਂ 'ਚ ਵੱਧ ਸਕਦਾ ਹੈ। ਜੀ ਬਿਲਕੁਲ ਸਹੀ ਕਿਹਾ ਤੁਸੀਂ ਕਿ ਜਿਸ ਤਰੀਕੇ ਨਾਲ ਪੱਕਾ ਮੋਰਚਾ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਕਿਸਾਨ ਜਥੇਬੰਦੀਆਂ ਵੱਲੋਂ, ਕਿਤੇ ਨਾ ਕਿਤੇ ਭਗਵੰਤ ਮਾਨ ਦੀ ਸਰਕਾਰ ਲਈ ਇੱਕ ਵੱਡਾ ਚੈਲੰਜ ਜ਼ਰੂਰ ਹੋਏਗਾ, ਜਿੱਥੇ ਅਸੀਂ ਰੋਜ਼ ਵੇਖ ਰਹੇ ਹਾਂ ਕਿ ਭਗਵੰਤ ਮਾਨ ਕੋਈ ਨਾ ਕੋਈ ਅਜਿਹੀ ਗੱਲ ਜ਼ਰੂਰ ਕਰਦੇ ਨੇ ਜਿਸ ਨਾਲ ਪੰਜਾਬ ਦਾ ਭਲਾ ਹੋ ਸਕੇ, ਤੇ ਉੱਥੇ ਕਿਸਾਨ ਜਥੇਬੰਦੀਆਂ ਇਕੱਠੀ ਹੋ ਕੇ ਇਹ ਅਗਰ ਮੋਰਚਾ ਪੱਕਾ ਲਗਾ ਲੈਂਦੀਆਂ ਨੇ, ਇੱਕ ਵੱਡਾ ਸਵਾਲ, ਇੱਕ ਵੱਡਾ ਚੈਲੰਜ ਜਿਸਦਾ ਕਿ ਵਿਰੋਧੀ ਪਾਰਟੀਆਂ ਵੀ ਫਾਇਦਾ ਚੱਕਦੀਆਂ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਨਜ਼ਰ ਆਉਣਗੀਆਂ। ਅੱਗੋਂ ਗੱਲ ਕਰੀਏ ਜੀ ਪੰਜਾਬ ਦੀ ਸਿਆਸਤ ਦੇ ਨਾਲ ਹੀ ਜੁੜੀ, ਪੰਜਾਬ ਦੀ ਕਾਂਗਰਸ ਪਾਰਟੀ ਦੇ ਨਾਲ ਜੁੜੀ ਗੱਲ ਕਰ ਲਈਏ। ਜਦੋਂ ਤੋਂ ਸੁਨੀਲ ਜਾਖੜ ਕਾਂਗਰਸ ਨੂੰ ਅਲਵਿਦਾ ਕਹਿ ਕੇ ਗਏ ਨੇ, ਨਵੇਂ ਬਿਆਨ ਆ ਰਹੇ ਨੇ, ਨਵੀਆਂ ਚਰਚਾਵਾਂ ਆ ਰਹੀਆਂ ਨੇ, ਪਰ ਫਿਲਹਾਲ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਜਦੋਂ ਸੁਨੀਲ ਜਾਖੜ ਗਏ, ਜਾਂਦੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕਰਕੇ ਗਏ। ਉਸ ਤੋਂ ਬਾਅਦ ਨਵਜੋਤ ਸਿੱਧੂ ਸੁਨੀਲ ਜਾਖੜ ਦੇ ਘਰ ਮਿਲਣ ਵੀ ਜਾਂਦੇ ਨੇ, ਜਦ ਸੁਨੀਲ ਜਾਖੜ ਦੇ ਉੱਪਰ ਇਲਜ਼ਾਮ ਲਗਾਏ ਜਾਂਦੇ ਨੇ, ਕੁਝ ਉਹਨਾਂ ਦੇ ਨਾਲ ਖੜੇ ਨਜ਼ਰ ਆਉਂਦੇ ਨੇ। ਸੋ ਇਲੈਕਸ਼ਨ ਤੋਂ ਪਹਿਲਾਂ ਇੰਨਾ ਪਿਆਰ, ਇੰਨਾ ਗੂੜਾ ਪਿਆਰ ਨਜ਼ਰ ਨਹੀਂ ਆਇਆ, ਪਰ ਹੁਣ ਇੱਕਦਮ ਅਜਿਹਾ ਗੂੜਾ ਪਿਆਰ ਨਜ਼ਰ ਆਣਾ, ਇਸ ਸਿਆਸੀ ਫਰੇਮ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ ਤੁਸੀਂ? ਦੇਖੋ, ਸਿਆਸਤ ਦੇ ਵਿੱਚ ਹਾਲਾਤ ਇੱਕੋ ਜਿਹੇ ਨਹੀਂ ਰਹਿੰਦੇ ਜੀ। ਕੋਈ ਵੇਲਾ ਸੀ ਜਦੋਂ ਸੁਨੀਲ ਜਾਖੜ ਪ੍ਰਧਾਨ ਸੀ, ਕੈਪਟਨ ਅਮਰਿੰਦਰ ਨਾਲ ਉਹਨਾਂ ਦੀ ਬਹੁਤ ਬਣਦੀ ਸੀ, ਔਰ ਗੁਰਦਾਸਪੁਰ ਜ਼ਿਮਨੀ ਚੋਣ ਜਦੋਂ ਲੋਕ ਸਭਾ ਦੀ ਹੋਈ ਤੇ ਕੈਪਟਨ ਅਮਰਿੰਦਰ ਨੇ ਡਟ ਕੇ ਮਦਦ ਕੀਤੀ ਸੁਨੀਲ ਜਾਖੜ ਦੀ। ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਸੁਨੀਲ ਜਾਖੜ ਦੇ ਹੱਕ 'ਚ ਪ੍ਰਚਾਰ ਕੀਤਾ ਸੀ ਗੁਰਦਾਸਪੁਰ। ਸੁਨੀਲ ਜਾਖੜ MP ਬਣੇ। ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁਨੀਲ ਜਾਖੜ ਪ੍ਰਧਾਨ ਰਹੇ, ਪਰ ਇੱਕ ਵੇਲਾ ਆਇਆ ਜਦੋਂ ਉਹਨਾਂ ਨੂੰ ਆਪਣੀ ਪ੍ਰਧਾਨਗੀ ਛੱਡਣੀ ਪਈ। ਸੋ ਸੁਨੀਲ ਜਾਖੜ ਉਹਨਾਂ ਨੇ ਜਦੋਂ ਪ੍ਰਧਾਨਗੀ ਛੱਡੀ, ਨਵਜੋਤ ਸਿੰਘ ਸਿੱਧੂ ਨੇ ਉਦੋਂ ਫੇਰ ਵੱਡਾ ਦਿਲ ਦਿਖਾਇਆ ਸੀ। ਨਵਜੋਤ ਸਿੰਘ ਸਿੱਧੂ ਸੁਨੀਲ ਜਾਖੜ ਉਹਨਾਂ ਦੇ ਘਰ ਗਏ ਸੀ, ਪੂਰੀ ਮੀਡੀਆ ਦੇ ਵਿੱਚ ਗੱਲਾਂ ਨੇ, ਸੁਨੀਲ ਜਾਖੜ ਉਹਨਾਂ ਨੂੰ ਬਕਾਇਦਾ ਉਹ ਜਾ ਕੇ ਮਿਲੇ। ਔਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ, ਸੁਨੀਲ ਜਾਖੜ ਔਰ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਵੀ ਉਦੋਂ ਗੱਲਾਂ ਆਈਆਂ ਕਿ ਦੂਰੀਆਂ ਬਣ ਗਈਆਂ ਜੀ। ਪਰ ਨਵਜੋਤ ਸਿੰਘ ਸਿੱਧੂ ਔਰ ਸੁਨੀਲ ਜਾਖੜ ਦੇ ਵਿੱਚ ਕਿਸੇ ਤਰ੍ਹਾਂ ਦੀ ਕੁੜੱਤਣ ਉਸ ਵਕਤ ਨਹੀਂ ਸੀ। ਲੇਕਿਨ ਜਦੋਂ ਗੱਲ ਪੰਜਾਬ 'ਚ ਨਵੇਂ ਸਿਰੇ ਤੋਂ ਮੁੱਖ ਮੰਤਰੀ ਚੁਣਨ ਦੀ ਆਈ ਤੇ ਸੁਨੀਲ ਜਾਖੜ ਹਾਈ ਕਮਾਂਡ ਦੇ ਨਾਲ ਨਾਰਾਜ਼ ਹੋ ਗਏ, ਕਿਉਂਕਿ ਅੰਬਿਕਾ ਸੋਨੀ ਨੇ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਨਹੀਂ ਚਾਹੁੰਦੇ ਸੀ ਕਿ ਸੁਨੀਲ ਜਾਖੜ ਹਜੇ ਮੁੱਖ ਮੰਤਰੀ ਬਣਨ। ਉਹ ਗੁੱਸਾ ਸੁਨੀਲ ਜਾਖੜ ਅੱਜ ਵੀ ਹੈ, ਲੇਕਿਨ ਸੁਨੀਲ ਜਾਖੜ ਦੀ ਨਾਰਾਜ਼ਗੀ ਫਿਰ ਹਾਈ ਕਮਾਂਡ ਦੇ ਨਾਲ ਜ਼ਿਆਦਾ ਵੱਧ ਗਈ। ਪਰ ਅਜਿਹੀ ਸੂਰਤ ਦੇ ਵਿੱਚ ਚੋਣਾਂ ਤੋਂ ਪਹਿਲਾਂ ਜਦੋਂ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਕੀਤਾ ਗਿਆ ਤੇ ਉਦੋਂ ਸੁਨੀਲ ਜਾਖੜ ਸਾਨੂੰ ਖੁਸ਼ ਦਿਖੇ ਨਹੀਂ। ਚਰਨਜੀਤ ਚੰਨੀ ਦੇ ਨਾਂ ਦੇ ਐਲਾਨ ਤੇ ਕਿਸੇ ਤਰ੍ਹਾਂ ਦਾ ਰੋਸ ਦਾ ਪ੍ਰਗਟਾਵਾ ਸੁਨੀਲ ਜਾਖੜ ਉਹਨਾਂ ਨੇ ਨਹੀਂ ਸੀ ਕੀਤਾ। ਪਰ ਚੋਣਾਂ ਤੋਂ ਬਾਅਦ ਅਸੀਂ ਵੀ ਦੇਖਿਆ ਕਿ ਸੁਨੀਲ ਜਾਖੜ ਸਾਹਿਬ ਨੇ ਕਈ ਵਾਰ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਤਾਰੀਫ ਕੀਤੀ। ਉਹਨਾਂ ਨੇ ਕਿਹਾ ਕਿ ਅਗਰ ਨਵਜੋਤ ਸਿੰਘ ਸਿੱਧੂ ਚਿਹਰਾ ਹੁੰਦੇ ਤੇ ਰਿਜ਼ਲਟ ਨਵੇਂ ਹੋ ਸਕਦੇ ਸੀ, ਬਦਲਵੇਂ ਹੋ ਸਕਦੇ ਸੀ, ਕਿਉਂਕਿ ਸਾਰੀ ਦੁਨੀਆ ਜਾਣਦੀ ਹੈ
ਇਹ ਸਾਰੀ ਦੁਨੀਆ ਜਾਣਦੀ ਹੈ ਕਿ ਆਮ ਆਦਮੀ ਪਾਰਟੀ ਇੱਕ ਇਮਾਨਦਾਰੀ ਦਾ ਚਿਹਰਾ ਲੈ ਕੇ ਲੜ ਰਹੀ ਸੀ ਔਰ ਨਵਜੋਤ ਸਿੰਘ ਸਿੱਧੂ ਵੀ ਇਮਾਨਦਾਰੀ ਦਾ ਚਿਹਰਾ ਲੈ ਕੇ ਲੜ ਰਿਹਾ ਸੀ। ਚਰਨਜੀਤ ਚੰਨੀ ਵੀ ਇਮਾਨਦਾਰੀ ਦੇ ਚਿਹਰੇ ਦੇ ਤੌਰ ਤੇ ਅੱਗੇ ਵਧੇ ਸੀ, ਪਰ ਉਹਨਾਂ ਦੇ ਰਿਸ਼ਤੇਦਾਰਾਂ ਤੇ ਜਿਹੜਾ ਛਾਪਾ ਵੱਜਿਆ ਔਰ ਜਿਹੜਾ ਚਰਨਜੀਤ ਚੰਨੀ ਮਾਈਨਿੰਗ ਨੂੰ ਕੰਟਰੋਲ ਨਹੀਂ ਕਰ ਸਕੇ ਔਰ ਆਮ ਆਦਮੀ ਪਾਰਟੀ ਨੇ ਚਰਨਜੀਤ ਚੰਨੀ ਦੇ ਹਲਕੇ 'ਚ ਕਈ ਸਟਿੰਗ ਆਪਰੇਸ਼ਨ ਕਰਕੇ ਚਰਨਜੀਤ ਚੰਨੀ ਉਹਨਾਂ ਨੂੰ ਇਹ ਉਸ ਤਰ੍ਹਾਂ ਪ੍ਰੋਜੈਕਟ ਕੀਤਾ ਕਿ ਚਰਨਜੀਤ ਚੰਨੀ ਜਾਣਬੁੱਝ ਕੇ ਮਾਫੀਏ ਤੇ ਕਾਰਵਾਈ ਨਹੀਂ ਕਰ ਰਹੇ। ਇਹ ਇਲਜ਼ਾਮ ਲਾਏ ਆਮ ਆਦਮੀ ਪਾਰਟੀ ਨੇ। ਔਰ ਜਦੋਂ ਚਰਨਜੀਤ ਚੰਨੀ ਉਹਨਾਂ ਦੇ ਰਿਸ਼ਤੇਦਾਰ ਨੋਟਾਂ ਦੇ ਨਾਲ ਫੜੇ ਗਏ, ਉਸ ਤੋਂ ਬਾਅਦ ਜਿਹੜੀ ਸਰਕਾਰ ਬਣਨ ਦੀ ਸੰਭਾਵਨਾ ਸੀ ਕਾਂਗਰਸ ਦੀ ਖਤਮ ਹੋ ਗਈ। ਸੋ ਚੋਣਾਂ ਤੋਂ ਬਾਅਦ ਸੁਨੀਲ ਜਾਖੜ ਸਾਹਿਬ ਇਸ ਗੱਲ ਨਾਲ ਸਹਿਮਤ ਹੋਏ ਕਿ ਜੇ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੁੰਦੇ ਤੇ ਸਥਿਤੀਆਂ ਹੋਰ ਹੋਣੀਆਂ ਸੀ, ਪਰ ਉਹ ਵਕਤ ਲੰਘ ਚੁੱਕਿਆ ਸੀ। ਪਰ ਇਸ ਅਹਿਸਾਸ ਨੇ ਸਾਰੇ ਪੋਲੀਟੀਕਲ ਲੀਡਰਾਂ ਦੇ, ਚਰਨਜੀਤ ਚੰਨੀ, ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ, ਇਹਨਾਂ ਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਨੇੜੇ ਜ਼ਰੂਰ ਕੀਤਾ ਕਿ ਰਿਜ਼ਲਟ, ਇਲੈਕਸ਼ਨਾਂ ਖਤਮ ਹੋ ਗਈਆਂ, ਜੋ ਰਿਜ਼ਲਟ ਆਇਆ ਅਸੀਂ ਇਹ ਚੋਂ ਬਹੁਤ ਕੁਝ ਸਿੱਖਦੇ ਹਾਂ। ਸੋ ਮੈਨੂੰ ਲੱਗਦਾ ਕਿ ਇਸੇ ਘਟਨਾਕ੍ਰਮ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਔਰ ਸੁਨੀਲ ਜਾਖੜ ਦੁਬਾਰਾ ਇੱਕ ਦੂਸਰੇ ਦੇ ਨੇੜੇ ਨਜ਼ਰ ਆਏ। ਪਹਿਲਾਂ ਪੋਲੀਟੀਕਲੀ ਬਹੁਤ ਜ਼ਿਆਦਾ ਇੱਕ ਦੂਜੇ ਦੇ ਨੇੜੇ ਨਜ਼ਰ ਨਹੀਂ ਸੀ ਆ ਰਹੀ। ਕਾਰਨ ਕੀ ਸੀ, ਉਹ ਕਾਰਨਾਂ ਦੇ ਵਿੱਚ ਮੈਂ ਨਹੀਂ ਪੈਂਦਾ, ਪਰ ਹੁਣ ਬਦਲਵੇਂ ਹਾਲਾਤਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਔਰ ਸੁਨੀਲ ਜਾਖੜ ਦੋਵੇਂ ਕਿਤੇ ਨਾ ਕਿਤੇ ਜ਼ਖਮੀ ਹੈ ਕਾਂਗਰਸ ਵੱਲੋਂ। ਨਵਜੋਤ ਸਿੰਘ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਗਿਆ, ਉਹ ਵੱਡੇ ਦਾਅਵੇਦਾਰ ਸੀ। ਸੁਨੀਲ ਜਾਖੜ ਮੁੱਖ ਮੰਤਰੀ ਬਣਦੇ ਰਹਿ ਗਏ ਔਰ ਕੈਪਟਨ ਦੇ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਸੀ ਕਿਉਂਕਿ ਉਹ ਪ੍ਰਧਾਨ ਸੀ, ਪੁਰਾਣੀ ਪਰੰਪਰਾ ਰਹੀ ਹੈ। ਆਮ ਤੌਰ ਤੇ ਪ੍ਰਧਾਨ ਹੁੰਦਾ ਹੈ ਉਹ ਉਹਦੀ ਅਗਵਾਈ 'ਚ ਚੋਣਾਂ ਲੜੀਆਂ ਜਾਂਦੀਆਂ ਨੇ। ਆਮ ਤੌਰ ਤੇ ਕੈਪਟਨ ਪ੍ਰਧਾਨ ਸੀ ਤੇ ਉਹਨਾਂ ਦੀ ਅਗਵਾਈ 'ਚ ਚੋਣਾਂ ਲੜੀਆਂ ਗਈਆਂ ਸੀ ਤੇ ਉਹੀ ਮੁੱਖ ਮੰਤਰੀ ਬਣੇ। ਪਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਹੋਣ ਦੇ ਨਾਤੇ ਨਾ ਮੁੱਖ ਮੰਤਰੀ ਬਣਾਇਆ ਗਿਆ, ਨਾ ਮੁੱਖ ਮੰਤਰੀ ਦਾ ਚਿਹਰਾ। ਉਹ ਜ਼ਖਮੀ ਹੈ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ, ਸਾਨੂੰ ਸਾਰਿਆਂ ਨੂੰ ਪਤਾ ਹੈ। ਭਾਵੇਂ ਉਹ ਕਹਿ ਰਹੇ ਨੇ ਕਿ ਮੈਂ ਕਾਂਗਰਸ ਦੇ ਵਲੰਟੀਅਰ ਦੇ ਤੌਰ ਦੇ ਉੱਤੇ ਹੁਣ ਕੰਮ ਕਰੂੰਗਾ, ਉਹ ਉਹਨਾਂ ਦਾ ਆਪਣਾ ਸੁਭਾਅ ਹੈ, ਉਹ ਜਲਦੀ ਕਿਸੇ ਨਾਲ ਜਾਂਦੇ ਨਹੀਂ ਤੇ ਜਲਦੀ ਕਿਸੇ ਨੂੰ ਛੱਡਦੇ ਨਹੀਂ। ਹੁਣ ਕਾਂਗਰਸ ਨੋਟਿਸ ਸੁਨੀਲ ਜਾਖੜ ਨੂੰ ਤਾਂ ਅਹੁਦਿਆਂ ਤੋਂ ਵੱਖ ਕਰ ਚੁੱਕੀ ਹੈ, ਨੋਟਿਸ ਦੇ ਕੇ। ਸੁਨੀਲ ਜਾਖੜ ਨੂੰ, ਨਵਜੋਤ ਸਿੰਘ ਸਿੱਧੂ ਨੂੰ ਹਜੇ ਨੋਟਿਸ ਨਹੀਂ ਆਇਆ। ਜਾਖੜ ਸਾਹਿਬ ਨੂੰ ਤਾਂ ਨੋਟਿਸ ਦੇ ਕੇ ਅਹੁਦਿਆਂ ਤੋਂ ਵੱਖ ਕਰਤਾ, ਸੁਨੀਲ ਜਾਖੜ ਤਾਂ ਕਾਂਗਰਸ ਵਿੱਚ ਛੱਡ ਚੁੱਕੇ ਨੇ, ਪਰ ਨਵਜੋਤ ਸਿੰਘ ਸਿੱਧੂ ਨੂੰ ਹਜੇ ਤੱਕ ਕੋਈ ਨੋਟਿਸ ਨਹੀਂ ਆਇਆ। ਜਾਂ ਤਾਂ ਕਾਂਗਰਸ ਅਹਿਸਾਸ ਕਰ ਗਈ ਕਿ ਸੁਨੀਲ ਜਾਖੜ ਉਹਨਾਂ ਦੇ ਨਾਲ ਅਸੀਂ ਜੋ ਕੁਝ ਕੀਤਾ ਜਾਂ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਨਤੀਜਾ ਕੀ ਹੈ। ਅਗਰ ਅਨੁਸ਼ਾਸਨੀ ਕਮੇਟੀ ਕਾਂਗਰਸ ਦੀ ਬੈਠ ਕੇ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਕਰੇਗੀ ਤੇ ਫਿਰ ਨਵਜੋਤ ਸਿੰਘ ਸਿੱਧੂ ਵੀ ਆਪਣੀ ਗੱਲ ਰੱਖਣਗੇ, ਉਹ ਗੱਲ ਬਾਅਦ ਦੀ ਹੈ। ਪਰ ਹਾਲ ਦੀ ਘੜੀ ਨਵਜੋਤ ਸਿੰਘ ਸਿੱਧੂ ਔਰ ਸੁਨੀਲ ਜਾਖੜ ਦੋਵੇਂ ਕਿਤੇ ਨਾ ਕਿਤੇ ਜ਼ਖਮੀ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਕਾਂਗਰਸ ਤੋਂ, ਔਰ ਇਸੇ ਕਰਕੇ ਦੋਨਾਂ ਦੇ ਵਿੱਚ ਨੇੜਤਾ ਹੈ। ਔਰ ਇਹ ਨੇੜਤਾ ਜਿਹੜੀ ਹੈ ਇਹ ਪੰਜਾਬ ਦੀ ਸਿਆਸਤ ਦੇ ਲਈ ਦੋਨਾਂ ਦੀ ਨੇੜਤਾ ਇੱਕ ਬਹੁਤ ਵੱਡਾ ਰਹੱਸ ਹੈ। ਇਹ ਇਸ ਪਾਸੇ ਨਿਗਾਹ ਆਮ ਆਦਮੀ ਪਾਰਟੀ ਦੀ ਵੀ ਹੈ, ਇਸ ਪਾਸੇ ਨਿਗਾਹ ਬੀਜੇਪੀ ਦੀ ਵੀ ਹੈ ਨਿਸ਼ਚਿਤ ਤੌਰ ਦੇ ਉੱਤੇ, ਕਿਉਂਕਿ ਬੀਜੇਪੀ ਵੀ ਚਾਹੇਗੀ ਕਿ ਸੁਨੀਲ ਜਾਖੜ ਸਾਹਿਬ ਸਾਡੇ ਨਾਲ ਆ ਜਾਣ। ਔਰ ਇਹ ਵੀ ਪਤਾ ਲੱਗਿਆ, ਇਹ ਕਹਿੰਦੇ ਨੇ ਅਖਬਾਰੀ ਰਿਪੋਰਟਾਂ ਮੈਂ ਪੜ੍ਹੀਆਂ, ਰਿਪੋਰਟਾਂ ਦੇ ਵਿੱਚ ਵੀ ਇਹ ਲਿਖਿਆ ਕਈ ਜਗ੍ਹਾ ਕਿ ਸੁਨੀਲ ਜਾਖੜ ਦੁਬਾਰਾ ਐਕਟਿਵ ਪੋਲਿਟਿਕਸ 'ਚ ਆ ਸਕਦੇ ਆ। ਫਰਵਰੀ 'ਚ ਉਹਨਾਂ ਨੇ ਐਕਟਿਵ ਪੋਲਿਟਿਕਸ ਛੱਡਣ ਦਾ ਐਲਾਨ ਕੀਤਾ ਸੀ। ਅਗਰ ਉਹ ਦੁਬਾਰਾ ਐਕਟਿਵ ਪੋਲਿਟਿਕਸ 'ਚ ਆ ਗਏ ਤੇ ਫਿਰ ਉਹ ਆਪ ਨਾਲ ਜਾਂਦੇ ਨੇ ਜਾਂ ਬੀਜੇਪੀ ਨਾਲ ਜਾਂਦੇ ਨੇ, ਇਹ ਬਹੁਤ ਵੱਡਾ ਉਹਨਾਂ ਦਾ ਕਦਮ ਹੋਊਗਾ। ਹੁਣ ਦੂਸਰੀ ਗੱਲ, ਅਗਰ ਨਵਜੋਤ ਸਿੰਘ ਸਿੱਧੂ ਔਰ ਸੁਨੀਲ ਜਾਖੜ ਅਹਿਮ ਕਿਰਦਾਰ ਬਣ ਸਕਦੇ ਨੇ 2024 ਦੀਆਂ ਚੋਣਾਂ 'ਚ, ਪਰ ਅਗਰ 2024 ਤੋਂ ਪਹਿਲਾਂ ਕੁਝ ਅਜਿਹਾ ਵਾਪਰਦਾ ਕਿ ਕਿਤੇ ਇਹ ਦੋਨੇ ਇਕੱਠੇ ਨਜ਼ਰ ਆਉਂਦੇ ਨੇ, ਅਗਰ ਕਾਂਗਰਸ ਨਵਜੋਤ ਸਿੰਘ ਸਿੱਧੂ ਤੇ ਵੀ ਕਾਰਵਾਈ ਕਰ ਦਿੰਦੀ ਹੈ, ਜਾਂ ਮੈਂ ਇਹ ਕਹੂੰਗਾ ਕਿ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਹੈ ਜਿਹੜੀ ਉਹ ਸਭ ਤੋਂ ਵੱਡੀ ਕਾਰਵਾਈ ਅਗਰ ਕਰ ਦਿੰਦੀ ਹੈ ਕਾਂਗਰਸ ਨਵਜੋਤ ਸਿੰਘ ਸਿੱਧੂ ਤੇ, ਕਿਸੇ ਵੀ ਲੀਡਰ ਤੇ ਸਭ ਤੋਂ ਵੱਡੀ ਕਾਰਵਾਈ ਕੀ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ। ਤੇ ਉਸ ਸੂਰਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਆਜ਼ਾਦਾਨਾ ਤੌਰ ਤੇ ਪੰਜਾਬ ਦੇ ਮੁੱਦਿਆਂ ਤੇ ਲੜ ਸਕਦੇ ਨੇ। ਔਰ ਜੇ ਕਿਤੇ ਅਜਿਹੀ ਸੂਰਤ ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਜਾਂ ਇੱਥੋਂ ਤੱਕ ਕਿ ਕੋਈ ਹੋਰ ਵੀ ਪੁਰਾਣੇ ਲੀਡਰ ਅਗਰ ਇਕੱਠੇ ਹੋ ਜਾਂਦੇ ਨੇ ਤੇ ਫਿਰ ਉਹ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਫੈਕਟਰ ਬਣ ਸਕਦੇ ਨੇ। ਦੇਖੋ ਕਾਂਗਰਸ ਕਿਉਂ ਨਹੀਂ ਜਿੱਤੀ, ਮੈਨੂੰ ਇਹ ਲੱਗਦਾ ਕਾਂਗਰਸ ਨੇ ਨਾ ਨਵਜੋਤ ਸਿੰਘ ਸਿੱਧੂ ਨਾਲ ਜਸਟਿਸ ਕੀਤਾ ਔਰ ਨਾ ਸੁਨੀਲ ਜਾਖੜ ਹੋਣਾ ਨਾਲ ਉਹਨਾਂ ਜਸਟਿਸ ਕੀਤਾ ਜਿੰਨੇ ਦੇ ਉਹ ਹੱਕਦਾਰ ਸੀ।
ਇਹ ਕਾਰਨ ਰਿਹਾ। ਔਰ ਸਿਰਫ ਸੁਨੀਲ ਜਾਖੜ ਔਰ ਨਵਜੋਤ ਸਿੰਘ ਸਿੱਧੂ ਨਹੀਂ, ਬਹੁਤ ਸਾਰੇ ਲੀਡਰ ਨੇ ਜਿਹੜੇ ਡਿਜ਼ਰਵ ਕਰਦੇ ਸੀ, ਕੇਵਲ ਢਿੱਲੋਂ ਡਿਜ਼ਰਵ ਕਰਦੇ ਸੀ, ਕਿਤੇ ਨਾ ਕਿਤੇ ਸ਼ਮਸ਼ੇਰ ਸਿੰਘ ਦੂਲੋਂ ਡਿਜ਼ਰਵ ਕਰਦੇ ਸੀ। ਇਹ ਬਹੁਤ ਪੁਰਾਣੇ ਲੀਡਰ ਸੀ ਪਾਰਟੀ ਦੇ। ਮਹਿੰਦਰ KP ਡਿਜ਼ਰਵ ਕਰਦੇ ਸੀ। ਹੋਰ ਬਹੁਤ ਸਾਰੇ ਲੀਡਰ ਨੇ, ਮੈਂ ਕਈਆਂ ਦਾ ਹੋ ਸਕਦਾ ਨਾਮ ਇੱਥੇ ਨਾ ਲਵਾਂ, ਜਿਨ੍ਹਾਂ ਨੇ ਲੰਮਾ ਸਮਾਂ ਪਾਰਟੀਆਂ ਚਲਾਇਆ, ਆਪਣੀ ਜ਼ਿੰਦਗੀ ਲਾਈ, ਇਹ ਡਿਜ਼ਰਵ ਕਰਦੇ ਸੀ। ਤੇ ਜਦੋਂ ਇਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ, ਉਹਦੇ ਨਾਲ ਕਾਂਗਰਸ ਦੀ ਜਿਹੜੀ ਫੁੱਟ ਹੋਰ ਉਭਰੀ। ਸੋ ਜ਼ਖਮ ਦੇ ਉੱਤੇ ਪੱਟੀ ਕਰਨ ਦੀ ਬਜਾਏ ਅਗਰ ਅਸੀਂ ਜ਼ਖਮ ਖੁੱਲਾ ਛੱਡਾਂਗੇ ਤੇ ਉਹ ਹੋਰ ਉਹਦਾ ਨਤੀਜਾ ਨੁਕਸਾਨਦਾਇਕ ਹੁੰਦਾ ਹੈ। ਇਹੀ ਕੁਝ ਕਾਂਗਰਸ ਨਾਲ ਮੈਨੂੰ ਲੱਗਦਾ ਹੋਇਆ। ਔਰ ਦੂਸਰੀ ਗੱਲ, ਰਹੀ ਸਹੀ ਕਸਰ ਨਿਕਲ ਗਈ ਚਿੰਤਨ ਸ਼ਿਵਰ। ਤੁਸੀਂ ਦੇਖੋ, ਚਿੰਤਨ ਸ਼ਿਵਰ ਚ ਦੇਸ਼ ਭਰ ਦੇ ਲੀਡਰ ਬੁਲਾਏ ਗਏ। ਕੀ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ, ਚਰਨਜੀਤ ਚੰਨੀ ਇਹ ਹੱਕਦਾਰ ਨਹੀਂ ਸੀ ਚਿੰਤਨ ਸ਼ਿਵਰ ਚ ਬੁਲਾਏ ਜਾਂਦੇ? ਚਰਨਜੀਤ ਚੰਨੀ ਤਾਂ ਮੁੱਖ ਮੰਤਰੀ ਦਾ ਚਿਹਰਾ ਸੀ, ਬਿਲਕੁਲ ਪਾਰਟੀ ਦੇ ਪ੍ਰਧਾਨ ਸੀ, ਹੁਣੀ ਉਹਨਾਂ ਨੇ ਅਸਤੀਫਾ ਦਿੱਤਾ। ਸੁਨੀਲ ਜਾਖੜ ਵੀ ਕੈਂਪੇਨ ਕਮੇਟੀ ਦੇ ਚਿਹਰਾ ਸੀ। ਔਰ ਤਿੰਨੇ ਜਣੇ ਪੰਜਾਬ ਚ, ਜਾਖੜ, ਸਿੱਧੂ ਔਰ ਚਰਨਜੀਤ ਚੰਨੀ, ਤਿੰਨਾਂ ਦੇ ਚਿਹਰਿਆਂ ਤੇ ਕੈਂਪੇਨ ਕਾਂਗਰਸ ਦੀ ਬਣੀ ਸੀ। ਸੋ ਚਿੰਤਨ ਸ਼ਿਵਰ ਚ ਅਗਰ ਚਿੰਤਾ ਕੋਈ ਕਰਨੀ ਸੀ ਤੇ ਇਹਨਾਂ ਲੋਕਾਂ ਦੀ ਰਾਏ ਵੀ ਤਾਂ ਜ਼ਰੂਰ ਲਈ ਜਾਂਦੀ। ਔਰ ਇਹ ਤਿੰਨੇ ਲੀਡਰ ਲਗਾਤਾਰ ਕਹਿੰਦੇ ਰਹੇ ਨੇ, ਦੋ ਲੀਡਰ ਜਾਖੜ ਔਰ ਨਵਜੋਤ ਸਿੱਧੂ ਤਾਂ ਲਗਾਤਾਰ ਕਹਿ ਰਹੇ ਨੇ ਕਿ ਟਿਕਟਾਂ ਦੀ ਵੰਡ ਸਹੀ ਨਹੀਂ ਹੋਈ। ਤੇ ਟਿਕਟਾਂ ਦੀ ਵੰਡ ਕੀਤੀ ਕਿਨੇ? ਮੈਨੂੰ ਲੱਗਦਾ ਚਿੰਤਨ ਸ਼ਿਵਰ ਚ ਵੀ ਇਹਨਾਂ ਲੀਡਰਾਂ ਨੂੰ ਤਾਂ ਨਹੀਂ ਸੱਦਿਆ ਗਿਆ ਹਰਜੋਤ ਜੀ, ਵੀ ਕਿਤੇ ਸੱਚ ਨਾ ਬੋਲ ਦੇਣ, ਕਿਤੇ ਸੱਚ ਨਾ ਬੋਲ ਦੇਣ ਵੀ ਟਿਕਟਾਂ ਵੰਡਣ ਦੇ ਵਿੱਚ ਸਵਾਲ ਨੇ, ਸੱਚ ਨਾ ਬੋਲ ਦੇਣ ਵੀ ਟਿਕਟਾਂ ਵੰਡਣ ਪਿੱਛੇ ਐਲੀਗੇਸ਼ਨ ਲੱਗੇ ਨੇ, ਸੱਚ ਨਾ ਬੋਲ ਦੇਣ ਕਿ ਟਿਕਟਾਂ ਦੀ ਜਾਂਚ ਦੀ ਮੰਗ ਕਰਦੇ ਰਹੇ ਨੇ ਕਈ ਸੀਨੀਅਰ ਲੀਡਰ। ਇਸ ਕਰਕੇ ਕਾਂਗਰਸ ਨੇ ਨਾ ਸੱਦਿਆ ਹੋਵੇ ਵੀ ਕਿਤੇ ਦੇਸ਼ ਭਰ ਦੇ ਲੀਡਰਾਂ ਦੇ ਅੱਗੇ ਕਾਂਗਰਸ ਦੇ ਚਿੰਤਨ ਸ਼ਿਵਰ ਚ ਅਗਰ ਨਵਜੋਤ ਸਿੰਘ ਸਿੱਧੂ ਨੇ ਸੱਚ ਬੋਲਤਾ, ਕਿਉਂਕਿ ਉਹਨਾਂ ਦੀ ਆਦਤ ਹੈ ਸੱਚ ਬੋਲਣ ਦੀ, ਤਾਂ ਫਿਰ ਅਸੀਂ ਕੀ ਕਰਾਂਗੇ? ਔਰ ਦੂਸਰਾ, ਨਵਜੋਤ ਸਿੰਘ ਸਿੱਧੂ ਔਰ ਸੁਨੀਲ ਜਾਖੜ ਅਗਰ ਇਹ ਦੋਨੇ ਚਿੰਤਨ ਸ਼ਿਵਰ ਚ ਜਾਂਦੇ, ਅਗਰ ਨਵਜੋਤ ਸਿੰਘ ਸਿੱਧੂ ਚਿੰਤਨ ਸ਼ਿਵਰ ਚ ਜਾਂਦੇ ਤੇ ਦੁਨੀਆ ਭਰ ਦੇ ਮੀਡੀਆ ਦੀ ਨਜ਼ਰ ਨਵਜੋਤ ਸਿੰਘ ਸਿੱਧੂ ਤੇ ਹੋਣੀ ਸੀ ਕਿ ਨਵਜੋਤ ਸਿੰਘ ਸਿੱਧੂ ਕੀ ਬੋਲਣਗੇ, ਨਵਜੋਤ ਸਿੰਘ ਸਿੱਧੂ ਕੀ ਗਿਲਾ ਕਰਨਗੇ। ਸੋ ਨਵਜੋਤ ਸਿੰਘ ਸਿੱਧੂ ਉਹ ਪੋਲੀਟੀਕਲ ਕਿਰਦਾਰ ਹੈ, ਅਗਰ ਉਹ ਚਿੰਤਨ ਸ਼ਿਵਰ ਚ ਜਾਂਦੇ ਤਾਂ ਮੀਡੀਆ ਦਾ ਧਿਆਨ ਨਵਜੋਤ ਸਿੰਘ ਸਿੱਧੂ ਵੱਲ ਹੋ ਜਾਣਾ ਸੀ, ਸੁਨੀਲ ਜਾਖੜ ਵੱਲ ਹੋ ਜਾਣਾ ਸੀ, ਕਿਉਂਕਿ ਉਹਨਾਂ ਨੂੰ ਨੋਟਿਸ ਦਿੱਤੇ ਗਏ ਸੀ, ਕਾਰਵਾਈ ਕੀਤੀ ਗਈ ਸੀ। ਇਸ ਕਰਕੇ ਵੀ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਇਹਨਾਂ ਨੂੰ ਚਿੰਤਨ ਸ਼ਿਵਰ ਚ ਨਹੀਂ ਸੱਦਿਆ ਗਿਆ, ਕਿ ਅਗਰ ਇਹਨਾਂ ਨੂੰ ਚਿੰਤਨ ਸ਼ਿਵਰ ਚ ਸੱਦਾਂਗੇ ਤਾਂ ਇਹਨਾਂ ਦੇ ਮਗਰ ਦੁਨੀਆ ਭਰ ਦਾ ਮੀਡੀਆ ਆ ਜਾਣਾ। ਉਂਝ ਹੋ ਸਕਦਾ ਕਾਂਗਰਸ ਦਾ ਕੋਈ ਆਪਣਾ ਵੱਖਰਾ ਪ੍ਰੋਟੋਕਾਲ ਹੋਵੇ ਕਿ ਅਸੀਂ ਮੌਜੂਦਾ ਪ੍ਰਧਾਨਾਂ ਨੂੰ ਜਾਂ LOP ਨੂੰ ਸੱਦਣਾ ਹੈ, ਪਰ ਜਿੰਨੀ ਉੱਥੇ ਭੀੜ ਸੀ ਚਿੰਤਨ ਸ਼ਿਵਰ ਚ, ਅਗਰ ਮੌਜੂਦਾ ਪ੍ਰਧਾਨਾਂ ਦੀ ਗੱਲ ਕਰਨੀ ਹੋਵੇ ਤਾਂ ਜਿੰਨੇ ਸੂਬੇ ਨੇ ਦੇਸ਼ ਚ ਉਹਨੇ ਹੀ ਪ੍ਰਧਾਨ ਹੋਏ, ਤੇ ਸਰਕਾਰਾਂ ਤੋਂ ਥੋੜੀ ਜਗ੍ਹਾ ਤੇ ਨੇ, ਉਹਨੇ ਕੀ LOP ਨੇ। ਸੋ ਜਿਹੜੇ ਇੰਨੀ ਕਾਂਗਰਸ ਦੇ ਵਰਕਰਾਂ ਦੀ ਭੀੜ ਸੀ, ਕੀ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਉਹਨਾਂ ਦਾ ਕੱਦ ਕਿਸੇ ਦੇ ਬਰਾਬਰ ਨਹੀਂ ਸੀ? ਸੋ ਸਵਾਲ ਬੜੇ ਖੜੇ ਹੁੰਦੇ ਨੇ ਕਿ ਉਹਨਾਂ ਨੂੰ ਕਿਉਂ ਨਹੀਂ ਸੱਦਿਆ। ਬਾਕੀ ਪਾਰਟੀਆਂ ਦੀ ਉਹਨਾਂ ਦੇ ਘਰ ਦਾ ਮਾਮਲਾ ਹੈ, ਉਹ ਜਿਹਨੂੰ ਮਰਜ਼ੀ ਬੁਲਾਉਣ, ਮਰਜ਼ੀ ਨਾ ਬੁਲਾਉਣ, ਪਰ ਕਿਉਂਕਿ ਉਹ ਲਗਾਤਾਰ ਮੀਡੀਆ ਚ ਆਉਂਦੇ ਨੇ, ਲੋਕਾਂ ਨੂੰ ਰੈਲੀਆਂ ਚ ਸੰਬੋਧਨ ਕਰਦੇ ਨੇ, ਵੱਡੀਆਂ ਗੱਲਾਂ ਕਰਦੇ ਨੇ, ਇਸ ਕਰਕੇ ਇਹ ਸਾਡੇ ਲਈ ਵੀ ਉਹਨਾਂ ਦੇ ਉੱਤੇ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ। ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਅਸੀਂ ਅਗਰ ਹੁਣ ਚੋਣਾਂ ਜੋ ਹੋਈਆਂ ਸਨ ਉਹ 'ਚ ਨਤੀਜਿਆਂ ਦੀ ਗੱਲ ਕਰੀਏ, ਦੇਖੀਏ ਤਾਂ ਵਾਕਈ ਜੋ ਪਾਰਟੀ ਹਾਈ ਕਮਾਨ ਦੇ ਡਿਸੀਜਨਸ ਦੇ ਉੱਪਰ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਉਹਨਾਂ ਨੇ ਆਖਿਰ ਕੀ ਸੋਚ ਕੇ ਕੀ ਰਣਨੀਤੀ ਬਣਾਈ ਸੀ ਕਿ ਜਿਸ ਦੇ ਚੱਲਦਿਆਂ ਫੈਸਲੇ ਸਾਰੇ ਜੋ ਉਲਟੀ ਪੈਂਦੇ ਨਜ਼ਰ ਆਏ। ਤੇ ਬਾਕੀ ਅਗਰ ਅਸੀਂ ਗੱਲ ਕਰੀਏ ਕਿ ਕੁਝ ਮੀਡੀਆ ਰਿਪੋਰਟਾਂ ਦੇ ਹਿਸਾਬ ਨਾਲ ਖਬਰਾਂ ਇਹ ਵੀ ਮਿਲਦੀਆਂ ਲੱਗ ਰਹੀਆਂ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਕੁਝ ਕਾਂਗਰਸੀ ਲੀਡਰ ਜਿਹੜੇ ਨੇ ਕਾਂਗਰਸ ਛੱਡ ਸਕਦੇ ਨੇ। ਤੇ ਜਿਵੇਂ ਅਸੀਂ ਸਾਰੇ ਜਾਣਦੇ ਕਿ BJP ਨੇ ਐਲਾਨ ਕੀਤਾ ਕਿ ਉਹ ਖੁਦ ਸਾਰੀਆਂ ਸੀਟਾਂ ਤੋਂ ਖੁਦ ਲੜਨਗੇ, ਤਾਂ BJP ਜੋ ਇਸ ਮੌਕੇ ਦਾ ਫਾਇਦਾ ਚੱਕਦੇ ਹੋਏ ਜਿਹੜੇ ਲੀਡਰ ਕਾਂਗਰਸ ਛੱਡ ਕੇ ਆਣਗੇ ਉਹਨਾਂ ਨੂੰ ਟਿਕਟਾਂ ਦੇ ਕੇ ਪਾਰਟੀ ਦੇ ਵਿੱਚ ਨਿੱਘਾ ਸਵਾਗਤ ਕਰ ਸਕਦੇ ਨੇ। ਦੇਖੋ, ਇਹ ਬੜਾ ਤੁਸੀਂ ਅਹਿਮ ਸਵਾਲ ਕੀਤਾ ਜੀ। BJP ਨੇ ਪੰਜਾਬ 'ਚ ਇਸ ਵਾਰ ਕੈਪਟਨ ਅਮਰਿੰਦਰ ਨਾਲ ਮਿਲ ਕੇ ਚੋਣਾਂ ਲੜੀਆਂ, ਪਰ BJP ਕੋਲ ਸਾਰੇ ਪੰਜਾਬ 'ਚ ਉਮੀਦਵਾਰ ਨਹੀਂ ਸੀ। ਕਈ ਲੋਕ ਦੂਸਰੀਆਂ ਪਾਰਟੀਆਂ ਛੱਡ ਕੇ ਆਏ, BJP ਨੇ ਟਿਕਟਾਂ ਨਾਲ ਨਵਾਜ਼ੇ। ਹੁਣ BJP ਨੇ ਪੰਜਾਬ ਦੀਆਂ 13 ਸੀਟਾਂ ਤੇ ਇਲੈਕਸ਼ਨ ਲੜਨੀ ਹੈ। ਲੋਕ ਸਭਾ ਦੀਆਂ 13 ਸੀਟਾਂ BJP ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਨੇ। ਪਿਛਲੀ ਵਾਰ BJP ਦੇ ਸਾਨੂੰ ਪਤਾ ਹੈ ਪੰਜਾਬ ਦੇ ਵਿੱਚੋਂ ਸਿਰਫ 2 MP ਨੇ, ਇੱਕ ਸੋਮ ਪ੍ਰਕਾਸ਼ ਜੀ ਜਿਹੜੇ ਸਟੇਟ ਮਿਨਿਸਟਰ ਨੇ, ਔਰ ਇੱਕ ਸਨੀ ਦਿਓਲ ਸਾਹਿਬ
ਜਿਹੜੇ ਹੁਣ ਘੱਟ ਆਉਂਦੇ ਨੇ ਪੰਜਾਬ, ਉਹ ਮੁੰਬਈ 'ਚ ਜ਼ਿਆਦਾ ਰਹਿੰਦੇ ਨੇ ਜੀ। ਹੁਣ 13 ਸੀਟਾਂ ਅਗਰ ਜਿੱਤਣੀਆਂ ਨੇ ਤਾਂ ਭਾਰਤੀ ਜਨਤਾ ਪਾਰਟੀ ਨੂੰ 13 ਸਨੀ ਦਿਓਲ ਚਾਹੀਦੇ ਨੇ ਪੰਜਾਬ 'ਚ। ਚਲੋ ਇਸ ਵਾਰ ਸਨੀ ਦਿਓਲ ਅਪਵਾਦ ਹੈ, ਪਿਛਲੀ ਵਾਰ ਵਾਲੇ ਸਨੀ ਦਿਓਲ, ਕਿਉਂਕਿ ਐਤਕੀ ਅਗਰ ਸਨੀ ਦਿਓਲ ਆਉਣਗੇ ਤਾਂ ਐਤਕੀ ਤਾਂ ਸਨੀ ਦਿਓਲ ਦਾ ਵੀ ਮੁਕਾਬਲਾ ਹੋਣਾ, ਕਿਉਂਕਿ ਸਨੀ ਦਿਓਲ ਜ਼ਿਆਦਾ ਸਰਗਰਮ ਨਹੀਂ ਰਹੇ। ਪਰ ਆਪਾਂ ਉਂਝ ਕਹਿ ਲਈਏ ਕਿ 13 ਸਨੀ ਦਿਓਲ ਚਾਹੀਦੇ ਨੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ, ਕਿਉਂਕਿ ਲੱਗਦਾ ਇਹ ਹੈ ਕਿ ਅਕਾਲੀਆਂ ਨਾਲ ਸਮਝੌਤਾ ਨਹੀਂ ਕਰਨਾ। ਤੇ ਜਦੋਂ 13 ਸਨੀ ਦਿਓਲ ਚਾਹੀਦੇ ਨੇ ਤੇ ਫਿਰ ਕਾਂਗਰਸ 'ਚ ਕਈ ਇਹੋ ਜਿਹੇ ਲੀਡਰ ਨੇ ਜਿਹੜੇ ਕਾਂਗਰਸ ਤੋਂ ਨਾਰਾਜ਼ ਹੋਏ ਬੈਠੇ ਨੇ, ਜਾਂ ਕਈ ਲੀਡਰ ਇਹੋ ਜਿਹੇ ਨੇ ਜਿਹੜੇ ਆਪਣੀ ਨਾਰਾਜ਼ਗੀ ਦਿਖਾ ਨਹੀਂ ਰਹੇ ਪਰ ਉਹ ਬੀਜੇਪੀ ਦੇ ਸੰਪਰਕ 'ਚ ਨੇ। ਫਿਰ ਬੀਜੇਪੀ ਇਹ ਵੀ ਦੇਖੂਗੀ ਕਿ 2024 ਤੋਂ ਪਹਿਲਾਂ ਮੈਂ ਉਸ ਤਰ੍ਹਾਂ ਦੇ ਲੀਡਰ ਲਵਾਂ ਜਿਹੜੇ ਲੀਡਰ ਪ੍ਰਵਾਨਿਤ ਨੇ ਸਾਰੇ ਭਾਈਚਾਰਿਆਂ 'ਚ, ਸਾਰੀ ਕਮਿਊਨਿਟੀ 'ਚ, ਹਰ ਵਰਗ 'ਚ ਜੀ। ਇਸ ਕਰਕੇ ਪੰਜਾਬ 'ਚ ਕਾਂਗਰਸ ਦੇ ਉਹ ਲੀਡਰ ਜਿਨ੍ਹਾਂ ਨੂੰ ਕਾਂਗਰਸ ਨੇ ਪੁੱਛਿਆ ਨਹੀਂ, ਜਿਨ੍ਹਾਂ ਨਾਲ ਕਾਂਗਰਸ ਨੇ ਸਿਆਸੀ ਬੇਵਫਾਈ ਕੀਤੀ, ਜਾਂ ਜਿਹੜੇ ਕਾਂਗਰਸ ਨੂੰ ਮਾਫਕ ਨਹੀਂ ਆਏ ਤੇ ਜਿਨ੍ਹਾਂ ਨੂੰ ਕਾਂਗਰਸ ਮਾਫਕ ਨਹੀਂ ਆਈ, ਇਹ ਕਹਿ ਲਈਏ, ਉਹ ਸਾਰੇ ਲੀਡਰ ਇਕੱਠੇ ਹੋ ਕੇ ਕੋਈ ਆਪਣਾ ਧੜਾ ਵੀ ਬਣਾ ਸਕਦੇ ਨੇ, ਉਹ ਕੋਈ ਆਪਣਾ ਮੰਚ ਬਣਾ ਸਕਦੇ ਨੇ, ਜਾਂ ਉਹ ਭਾਰਤੀ ਜਨਤਾ ਪਾਰਟੀ 'ਚ ਇਕੱਠੇ ਸਮੂਹ ਦੇ ਰੂਪ 'ਚ ਸ਼ਾਮਲ ਵੀ ਹੋ ਸਕਦੇ ਨੇ। ਸੋ ਇਹ ਸਾਰੀਆਂ ਸੰਭਾਵਨਾਵਾਂ ਸਿਆਸਤ 'ਚ ਹਰਜੋਤ ਜੀ ਬਰਕਰਾਰ ਨੇ। ਔਰ ਬਹੁਤ ਸਾਰੇ ਲੀਡਰ ਇਸ ਵਕਤ ਇਹ ਵੀ ਦੇਖ ਰਹੇ ਨੇ ਕਿ ਅਸੀਂ ਪਹਿਲਾਂ ਹਾਲਾਤ ਵੇਖੀਏ 2024 ਤੋਂ ਪਹਿਲਾਂ ਆਮ ਆਦਮੀ ਪਾਰਟੀ ਕਿੱਥੇ ਤੱਕ ਪਰਫਾਰਮੈਂਸ ਕਰਦੀ ਹੈ ਜੀ। ਹੁਣ ਕੀ ਆਮ ਆਦਮੀ ਪਾਰਟੀ ਦੇ ਖਿਲਾਫ 2024 ਤੋਂ ਪਹਿਲਾਂ ਵੱਡੀ ਐਂਟੀ ਇਨਕੰਬੈਂਸੀ ਬਣੇਗੀ? ਹਾਲਾਂਕਿ ਇਹਦੇ 'ਚ ਕੋਈ ਬੁਰਾਈ ਨਹੀਂ ਹੈ, ਭਗਵੰਤ ਮਾਨ ਬਹੁਤ ਕਾਬਲ ਨੇ, ਜੁਝਾਰੂ ਨੇ, ਇਮਾਨਦਾਰ ਨੇ, ਪੰਜਾਬ ਪੱਖੀ ਨੇ। ਇਸ ਦੇ ਬਾਵਜੂਦ ਭਗਵੰਤ ਮਾਨ ਬਹੁਤ ਸਾਰੇ ਫੈਸਲੇ ਨਹੀਂ ਕਰ ਪਾ ਰਹੇ। ਕੋਈ ਵੀ ਮੁੱਖ ਮੰਤਰੀ ਹੁੰਦਾ ਐਡੀ ਛੇਤੀ ਨਹੀਂ ਕਰ ਪਾਉਂਦਾ। ਬਿਲਕੁਲ ਬਿਲਕੁਲ, ਕਿਉਂਕਿ ਆਮ ਆਦਮੀ ਪਾਰਟੀ ਦਾ ਹੋਮਵਰਕ ਨਹੀਂ ਸੀ। ਆਮ ਆਦਮੀ ਪਾਰਟੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ, ਪਰ ਬਿਨਾ ਬਹੁਤ ਜ਼ਿਆਦਾ ਪਾਲਿਸੀ ਦਾ ਹੋਮਵਰਕ ਨਹੀਂ ਸੀ। ਅਗਰ ਨੀਤੀਆਂ ਦਾ ਹੋਮਵਰਕ ਹੁੰਦਾ ਤੇ ਹੁਣ ਤੱਕ ਉਹ ਨੀਤੀਆਂ ਲਾਗੂ ਹੋ ਜਾਂਦੀਆਂ, ਉਹ ਹਜੇ ਪਾਲਿਸੀ ਮੇਕਿੰਗ ਦੇ ਵਿੱਚ ਨੇ। ਸੋ ਅਗਰ ਐਂਟੀ ਇਨਕੰਬੈਂਸੀ ਬਣਦੀ ਹੈ, ਜਦਕਿ ਜਿਹੜਾ ਜਰਨਲ ਵਰਗ ਹੈ ਉਹ ਇੱਕ ਨਾਰਮਲ ਧਾਰਨਾ ਬਣ ਗਈ ਕਿ ਜਿਹੜਾ ਜਰਨਲ ਵਰਗ ਹੈ ਪਿਛਲੇ ਸਮੇਂ 'ਚ ਬਹੁਤ ਪ੍ਰੋਟੈਸਟ ਕਰਦਾ ਦਿਖਿਆ ਸਾਨੂੰ ਬਿਜਲੀ ਦੇ ਮਸਲੇ ਤੇ। ਹੁਣ ਉਹਦੇ ਪਿੱਛੇ ਕਿੰਨੀ ਐਂਟੀ ਇਨਕੰਬੈਂਸੀ ਬਣੇਗੀ ਉਹਦੇ ਨਾਲ ਜਾਂ ਨਹੀਂ ਬਣੇਗੀ, ਉਹ ਤਾਂ ਵਕਤ ਦੱਸੂਗਾ। ਪਰ 2 ਸਾਲ ਬਹੁਤ ਚੁਣੌਤੀ ਵਾਲੇ ਨੇ ਆਮ ਆਦਮੀ ਪਾਰਟੀ ਦੇ ਅੱਗੇ, ਬਹੁਤ ਚੁਣੌਤੀ। ਭਗਵੰਤ ਮਾਨ ਉਹਨਾਂ ਦੀ ਸਰਕਾਰ ਨੂੰ 10 ਦੇ ਵਿੱਚੋਂ 8 ਨੰਬਰ ਹਾਸਲ ਕਰਨੇ ਪੈਣਗੇ ਪੰਜਾਬ 'ਚ ਦੁਬਾਰਾ ਆਪਣੀ ਲਹਿਰ ਬਣਾਉਣ ਦੇ ਲਈ। ਔਰ ਜਿਹੜੀ ਪਿਛਲੀ ਵਾਰੀ ਲਹਿਰ ਬਣੀ ਸੀ ਉਹ ਸਾਰੀ ਲਹਿਰ ਆਮ ਆਦਮੀ ਪਾਰਟੀ ਦੀ ਨਹੀਂ ਸੀ। ਉਹਦੇ ਵਿੱਚ ਇੱਕ ਵੱਡੀ ਲਹਿਰ, ਆਮ ਆਦਮੀ ਪਾਰਟੀ ਦੀ ਲਹਿਰ 'ਚ ਇੱਕ ਵੱਡੀ ਲਹਿਰ ਉਹ ਪੈਦਾ ਹੋਈ ਨਵਜੋਤ ਸਿੰਘ ਸਿੱਧੂ ਕਰਕੇ, ਉਹਨਾਂ ਨੂੰ ਚਿਹਰਾ ਨਹੀਂ ਬਣਾਇਆ। ਉਹ ਇੱਕ ਵੱਡੀ ਲਹਿਰ ਪੈਦਾ ਹੋਈ ਕੈਪਟਨ ਅਮਰਿੰਦਰ ਸਿੰਘ ਦੇ ਫਲॉप ਹੋਣ ਕਰਕੇ, ਉਹਨਾਂ ਨੇ ਵਾਅਦੇ ਨਹੀਂ ਪੂਰੇ, ਘਰ ਘਰ ਨੌਕਰੀ ਨਹੀਂ ਦਿੱਤੀ, ਕਿਸਾਨਾਂ ਦੇ ਕਰਜ਼ੇ ਨਹੀਂ ਪੂਰੇ ਕੀਤੇ। ਉਹ ਇੱਕ ਵੱਡੀ ਲਹਿਰ ਆਮ ਆਦਮੀ ਪਾਰਟੀ ਦੀ ਬਣੀ ਕਿਉਂਕਿ ਸੁਨੀਲ ਜਾਖੜ ਨਾਲ ਜੋ ਕੁਝ ਵਾਪਰਿਆ ਉਹਦੇ ਕਰਕੇ। ਸੋ ਬਹੁਤ ਸਾਰੇ ਮਲਟੀਪਲ ਫੈਕਟਰ ਸੀ। ਇੱਕ ਆਮ ਆਦਮੀ ਪਾਰਟੀ ਦੀ ਲਹਿਰ ਬਣੀ, ਚਰਨਜੀਤ ਚੰਨੀ ਬਹੁਤ ਪ੍ਰਸਿੱਧ ਹੋ ਗਏ ਸੀ, ਕਾਂਗਰਸ ਨੂੰ ਵੀ ਆਸ ਨਹੀਂ ਸੀ ਕਿ ਚਰਨਜੀਤ ਚੰਨੀ ਬਹੁਤ ਕਰਿਸ਼ਮਾ ਕਰਨਗੇ। ਔਰ ਵੈਸੇ ਮੇਰਾ ਇਹ ਤਜਰਬਾ ਹੈ ਹਰਜੋਤ ਜੀ ਕਿ ਪੋਲਿਟਿਕਸ ਦੇ ਵਿੱਚ ਕੋਈ ਵੀ ਬ੍ਰਾਂਡ ਜਲਦੀ ਬ੍ਰਾਂਡ ਨਹੀਂ ਬਣਦਾ, ਕੋਈ ਵੀ ਨਾਮ ਜਲਦੀ ਬ੍ਰਾਂਡ ਨਹੀਂ ਬਣਦਾ। ਦੇਖੋ ਫਿਲਮ ਅਸੀਂ ਬਹੁਤ ਸਾਰੇ ਅਸੀਂ ਦੇਖੇ ਹੀਰੋ, ਉਹਨਾਂ ਦੀ ਪਹਿਲੀ ਫਿਲਮ ਆਉਂਦੀ ਹੈ ਸੁਪਰ ਹਿੱਟ, ਉਸ ਤੋਂ ਬਾਅਦ ਉਹਨਾਂ ਦੀ ਫਿਲਮ ਹੀ ਨਹੀਂ ਚੱਲਦੀ। ਬਹੁਤ ਸਾਰੇ ਖਿਡਾਰੀ ਆਉਂਦੇ ਨੇ, ਇੱਕ ਅੱਧੇ ਮੈਚ 'ਚ ਪਰਫਾਰਮੈਂਸ ਕਰਦੇ ਨੇ, ਮੁੜ ਕੇ ਉਹ ਲੱਭਦੇ ਹੀ ਨਹੀਂ। ਬਿਲਕੁਲ ਇਸੇ ਤਰ੍ਹਾਂ ਕਈ ਵਾਰੀ ਬਹੁਤ ਸਾਰੇ ਲੀਡਰ ਨੇ, ਉਹ ਜਦੋਂ ਆਉਂਦੇ ਨੇ ਉਹ ਛਾ ਜਾਂਦੇ ਨੇ, ਉਸ ਤੋਂ ਬਾਅਦ ਉਹਨਾਂ ਦੀ ਹਵਾ ਨਹੀਂ ਦਿਖਦੀ। ਬਹੁਤ ਵਾਰੀ ਹੋਇਆ। ਸੋ ਇਸ ਕਰਕੇ ਬਹੁਤ ਜਲਦੀ ਕੋਈ ਬ੍ਰਾਂਡ ਨਹੀਂ ਬਣਦਾ। ਪਰ ਚਰਨਜੀਤ ਚੰਨੀ ਦੀ ਜੇ ਅਸੀਂ ਗੱਲ ਕਰ ਲਈਏ, ਚਰਨਜੀਤ ਚੰਨੀ ਉਹਨਾਂ ਦੇ ਰਿਸ਼ਤੇਦਾਰਾਂ ਤੇ ਜੋ ਕੁਝ ਵਾਪਰਿਆ, ਇੰਨੇ ਨੋਟ ਜਿਹੜੇ ਈਡੀ ਨੇ ਦਿਖਾਏ, ਬਿਲਕੁਲ ਉਹਦੇ ਕਰਕੇ ਵੀ ਆਮ ਆਦਮੀ ਪਾਰਟੀ ਦੀ ਲਹਿਰ ਬਣੀ। ਸੋ ਆਮ ਆਦਮੀ ਪਾਰਟੀ ਦੀ ਲਹਿਰ ਬਣਨ ਲਈ ਇਕੱਲੀ ਆਮ ਆਦਮੀ ਪਾਰਟੀ ਦੀ ਆਪਣੀ ਯੋਗਤਾ ਨਹੀਂ, ਉਹ ਦੂਸਰਿਆਂ ਦੀ ਕਮਜ਼ੋਰੀ ਵੀ ਆਮ ਆਦਮੀ ਪਾਰਟੀ ਦੀ ਕਾਬਲੀਅਤ ਬਣੀ। ਸੋ ਮਲਟੀਪਲ ਫੈਕਟਰ। 2024 ਤੋਂ ਪਹਿਲਾਂ ਕੀ ਇਹ ਹਾਲਾਤ ਦੁਬਾਰਾ ਬਣਨਗੇ?
ਅਗਰ ਅਜਿਹਾ ਨਹੀਂ ਹੁੰਦਾ ਤੇ ਫਿਰ 2024 ਤੋਂ ਪਹਿਲਾਂ ਬਹੁਤ ਜ਼ਬਰਦਸਤ ਮੁਕਾਬਲਾ ਪੰਜਾਬ 'ਚ ਹੋਊਗਾ। ਸੋ ਉਹਦੇ 'ਚ ਕਾਂਗਰਸ ਆਪਣੇ ਆਪ ਨੂੰ ਕਿੱਥੇ ਖੜਾ ਕਰ ਪਾਉਂਦੀ ਹੈ, ਬੀਜੇਪੀ ਆਪਣੇ ਆਪ ਨੂੰ ਕਿੱਥੇ ਲੈ ਕੇ ਜਾ ਪਾਉਂਦੀ ਹੈ, ਅਕਾਲੀ ਦਲ ਕਿੰਨਾ ਆਪਣਾ ਦੁਬਾਰਾ ਆਪਣੇ ਆਪ ਨੂੰ ਤਾਕਤਵਰ ਬਣਾਉਂਦਾ, ਇਹ ਸਾਰੇ ਫੈਕਟਰ ਇਹ ਨਜ਼ਰਾਂ 'ਚ ਰਹਿਣਗੇ ਲੋਕਾਂ ਦੇ, ਕਿਉਂਕਿ ਲੋਕ ਬੜੇ ਪਾਰਖੂ ਨੇ, ਲੋਕ ਬੜੇ ਪਾਰਖੂ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਜਿਹੜੇ ਵੀ ਜੋ ਬਣਦੇ ਜਾਣਗੇ ਸਮੀਕਰਨ, ਉਹ ਵੀ ਅਸੀਂ ਤੁਹਾਡੇ ਜ਼ਰੀਏ ਜੋ ਹੈ ਦਰਸ਼ਕਾਂ ਤੱਕ ਸਮੀਕਰਨਾਂ ਦਾ ਵਿਸ਼ਲੇਸ਼ਣ ਪਹੁੰਚਾਉਂਦੇ ਹੀ ਰਵਾਂਗੇ। ਖੈਰ, ਆਪਾਂ ਅਗਰ ਗੱਲ ਕਰੀਏ ਪੰਜਾਬ ਦੀਆਂ ਖਾਸ ਮੁੱਦੇ, ਖਾਸ ਖਬਰਾਂ ਦੀ, ਤਾਂ ਇੱਕ ਹੋਰ ਖਬਰ ਬਹੁਤ ਜੋ ਸੁਰਖੀਆਂ ਵਿੱਚ ਹੈ ਕਿ ਪੰਜਾਬ ਦੇ ਵਿੱਚ ਜੋ ਹੈ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਬਹੁਤ ਚਿਰ ਤੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਜਿਸ ਨੂੰ ਵੇਖਦਿਆਂ ਹੋਇਆ ਐਸਜੀਪੀਸੀ ਵੱਲੋਂ 9 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ ਹੈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਐਸਜੀਪੀਸੀ ਦੇ ਪ੍ਰਧਾਨ ਤੇ ਹੋਰ ਵੀ ਕਈ ਸਿੱਖ ਜਥੇਬੰਦੀਆਂ ਦੇ ਮੁਖੀ ਜੋ ਨੇ ਸ਼ਾਮਲ ਕੀਤੇ ਗਏ ਨੇ, ਤਾਂ ਕਿ ਬੰਦੀ ਸਿੱਖਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾ ਸਕੇ। ਦੇਖੋ, ਕੱਲ ਹੀ ਅਨਾਉਂਸਮੈਂਟ ਹੋਈ ਹੈ ਇਸ 9 ਮੈਂਬਰੀ ਕਮੇਟੀ ਦੀ। 19 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਮੀਟਿੰਗ ਵੀ ਰੱਖੀ ਗਈ ਹੈ, 19 ਮਈ ਨੂੰ। ਜੀ ਜੀ। ਸੁਖਬੀਰ ਬਾਦਲ ਔਰ ਸਿਮਰਨਜੀਤ ਸਿੰਘ ਮਾਨ, ਇਹ ਦੋਵੇਂ ਵੱਡੇ ਲੀਡਰ ਇਸ ਕਮੇਟੀ 'ਚ ਸਾਨੂੰ ਇਕੱਠੇ ਨਜ਼ਰ ਆਉਣਗੇ। ਸੁਖਬੀਰ ਬਾਦਲ ਨੇ ਪਿਛਲੀ ਜਿਹੜੀ ਪੰਥਕ ਮੀਟਿੰਗ ਸੀ ਉਹਦੇ 'ਚ ਪੈਰੀ ਹੱਥ ਲਾਏ ਸੀ ਸਿਮਰਨਜੀਤ ਸਿੰਘ ਮਾਨ ਨੇ, ਬੜਾ ਸਤਿਕਾਰ ਦਿੱਤਾ ਉਹਨਾਂ ਨੂੰ। ਔਰ ਹੁਣ ਇਸ 9 ਮੈਂਬਰੀ ਕਮੇਟੀ 'ਚ ਸੁਖਬੀਰ ਬਾਦਲ ਨੇ, ਸਿਮਰਨਜੀਤ ਸਿੰਘ ਮਾਨ ਨੇ, ਧਾਮੀ ਸਾਹਿਬ ਨੇ, ਬਾਬਾ ਹਰਨਾਮ ਸਿੰਘ ਨੇ, ਕਈ ਹੋਰ ਪੰਥਕ ਲੀਡਰ ਨੇ, ਬਲਜੀਤ ਦਾਦੂਵਾਲ ਨੇ, ਹੋਰ ਵੀ ਕਈ ਸੰਤ ਸਮਾਜ ਨਾਲ ਜੁੜੇ ਲੀਡਰ ਵੀ ਨੇ। ਪਰ ਮੈਨੂੰ ਇਹ ਲੱਗਦਾ ਹੈ ਵੀ ਇਹ 9 ਮੈਂਬਰੀ ਕਮੇਟੀ 19 ਤਰੀਕ ਨੂੰ ਕਿਸੇ ਨਾ ਕਿਸੇ ਅਗਲੀ ਰੂਪਰੇਖਾ ਦਾ ਐਲਾਨ ਕਰੇਗੀ, ਕਿਉਂਕਿ ਦਿੱਲੀ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਇੱਕ ਮਾਰਚ ਕੀਤਾ ਜਾਣਾ ਸੀ, ਜਿਹਦੀ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਨਹੀਂ ਸੀ ਮਿਲੀ, ਜਿਹਦੇ ਕਰਕੇ ਉਹ ਨਵੇਂ ਸਿਰੇ ਤੋਂ ਹੁਣ ਮਿਤੀਆਂ ਦਾ ਐਲਾਨ ਕਰਨਗੇ। ਪਰ ਮੈਨੂੰ ਲੱਗਦਾ 19 ਤਰੀਕ ਦੀ ਜਿਹੜੀ ਮੀਟਿੰਗ ਹੈ ਉਹਦੇ 'ਚ ਅਗਲੇ ਰੂਪਰੇਖਾ ਦਾ ਜਾਂ ਅਗਲੇ ਪ੍ਰੋਗਰਾਮ ਦਾ ਐਲਾਨ ਇਹ ਜਿਹੜੀ 9 ਮੈਂਬਰੀ ਕਮੇਟੀ ਹੈ ਕਰ ਸਕਦੀ ਹੈ, ਕਿਉਂਕਿ 9 ਮੈਂਬਰੀ ਕਮੇਟੀ ਦੀ ਕੋਸ਼ਿਸ਼ ਇਹ ਹੋਣੀ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਨੂੰ ਅਸੀਂ ਇੱਕ ਜਨ ਅੰਦੋਲਨ ਦੇ ਤੌਰ ਤੇ ਖੜਾ ਕਰੀਏ। ਬਿਲਕੁਲ, ਦੇਖੋ ਇਸ ਗੱਲ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੇ ਲੋਕਾਂ ਨੇ ਕਾਨੂੰਨਨ ਆਪਣੀ ਸਜ਼ਾ ਪੂਰੀ ਕਰ ਲਈ ਜਾਂ ਅਦਾਲਤਾਂ ਤੋਂ ਉਹਨਾਂ ਦੀ ਸਜ਼ਾ 'ਚ ਮਾਫੀ ਹੋ ਗਈ, ਜਾਂ ਜਿਨ੍ਹਾਂ ਬਾਰੇ ਸਰਕਾਰਾਂ ਨੇ ਕਹਿ ਦਿੱਤਾ ਕਿ ਅਸੀਂ ਇਹਨਾਂ ਨੂੰ ਰਿਹਾ ਕਰਾਂਗੇ, ਉਹਨਾਂ ਸਾਰਿਆਂ ਨੂੰ ਤਾਂ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਹੈ। ਜਿਨ੍ਹਾਂ ਨੂੰ ਲੰਮਾ ਵਕਤ ਹੋ ਗਿਆ, ਜ਼ਮਾਨਤਾਂ ਨਹੀਂ ਮਿਲ ਰਹੀਆਂ, ਉਹਨਾਂ ਨੂੰ ਜ਼ਮਾਨਤਾਂ ਜ਼ਰੂਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਔਰ ਜਿਨ੍ਹਾਂ ਬਾਰੇ ਮੰਗ ਹੈ ਕਿ ਉਹਨਾਂ ਨੂੰ ਸੂਬੇ 'ਚ ਵਾਪਸ ਲਿਆਂਦਾ ਜਾਵੇ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਤੋਂ, ਉਹਦੇ ਬਾਰੇ ਵੀ ਮੈਨੂੰ ਲੱਗਦਾ ਹੈ ਅਦਾਲਤਾਂ ਦੇ ਮੱਦੇਨਜ਼ਰ ਅਗਰ ਫੈਸਲੇ ਹੋ ਗਏ ਉਹਨਾਂ ਦੀ ਤਬਦੀਲੀ ਦੇ, ਤੇ ਫਿਰ ਉਹਨਾਂ ਦੀ ਤਬਦੀਲੀ ਹੋਣੀ ਚਾਹੀਦੀ ਹੈ, ਆਪਣੇ ਸੂਬੇ 'ਚ ਉਹਨਾਂ ਨੂੰ ਭੇਜ ਦਿੱਤਾ ਜਾਣਾ ਚਾਹੀਦਾ। ਸੋ ਬਹੁਤ ਸਾਰੇ ਫੈਕਟਰ ਨੇ, ਬਹੁਤ ਸਾਰੀਆਂ ਮੰਗਾਂ ਨੇ ਬੰਦੀ ਸਿੱਖਾਂ ਦੀਆਂ ਰਿਹਾਈਆਂ ਨੂੰ ਲੈ ਕੇ। ਸੋ ਉਹਦੇ ਤੇ ਇੱਕ ਜਨ ਅੰਦੋਲਨ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਹਰਜੋਤ ਜੀ ਮੈਨੂੰ ਲੱਗਦਾ ਹੈ ਇਹ 9 ਮੈਂਬਰੀ ਕਮੇਟੀ ਕਰੇਗੀ, ਔਰ 19 ਤਰੀਕ ਨੂੰ ਕੋਈ ਵੱਡੇ ਐਲਾਨ ਸਾਹਮਣੇ ਆ ਸਕਦੇ। ਜੀ ਜੀ ਜੀ, ਬਿਲਕੁਲ। ਸੋ ਉਮੀਦ ਕਰਦੇ ਹਾਂ ਜਿੰਨੇ ਵੀ ਦਰਸ਼ਕ ਸਾਡੇ ਨਾਲ ਲਗਾਤਾਰ ਜੁੜਦੇ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ, ਉਹ ਵੀ ਆਪਣੇ ਸੁਝਾਅ ਹਮੇਸ਼ਾ ਦੀ ਤਰ੍ਹਾਂ ਕਮੈਂਟ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਹਿਣਗੇ। ਇਸੇ ਲਈ ਅਸੀਂ ਸ਼ੋਅ ਇਹ ਲੈ ਕੇ ਆਉਂਦੇ ਹਾਂ ਖਬਰ ਪੜਤਾਲ, ਜਿਸ ਦੇ ਵਿੱਚ ਖਬਰਾਂ ਦੇ ਉੱਪਰ ਚਰਚਾ ਕੀਤੀ ਜਾਂਦੀ ਹੈ। ਤੁਹਾਡੇ ਸੁਝਾਵਾਂ ਦੀ ਵੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ, ਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਡੱਲਾ ਜੀ ਤੁਹਾਡਾ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪੰਜਾਬ ਦੀਆਂ ਖਾਸ ਖਬਰਾਂ ਦੇ ਉੱਪਰ ਵਿਸਥਾਰ ਦੇ ਵਿੱਚ ਚਰਚਾ ਕੀਤੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਧੰਨਵਾਦ ਜੀ।